ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਮਿੱਕੀ ਜੈਕਰ ਲੈ ਕੇ ਹਾਜ਼ਰ ਹਾਂ। ਸਿੱਧੂ ਕਤਲकांड ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਤੁਹਾਨੂੰ ਦੱਸ ਦਈਏ ਕਿ ਸਿੱਧੂ ਕਤਲकांड ਮਾਮਲੇ ਦੇ ਵਿੱਚ ਜਦੋਂ ਸ਼ੂਟਰਾਂ ਦੇ ਨਾਲ ਗੱਲਬਾਤ ਕੀਤੀ ਗਈ, ਪੁੱਛਗਿੱਛ ਕੀਤੀ ਗਈ ਤਾਂ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਕਿ ਇਸ ਸਾਰੇ ਹੀ ਮਾਮਲੇ ਦੇ ਵਿੱਚ ਦੋ ਕੁੜੀਆਂ ਦੀ ਵਰਤੋਂ ਵੀ ਕੀਤੀ ਜਾਣੀ ਸੀ। ਦੋ ਕੁੜੀਆਂ ਨੂੰ ਵੀ ਕਿਤੇ ਨਾ ਕਿਤੇ ਇਸ ਕਤਲकांड ਦੇ ਵਿੱਚ ਸ਼ਾਮਿਲ ਕੀਤਾ ਜਾਣਾ ਸੀਗਾ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਇੱਕ ਸ਼ੂਟਰ ਅਤੇ ਉਹਨਾਂ ਨੂੰ ਪਨਾਹ ਦੇਣ ਵਾਲਾ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਵੱਡਾ ਖੁਲਾਸਾ ਇਹ ਸਾਹਮਣੇ ਆਇਆ ਹੈ। ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਜੋ ਤੁਹਾਡੇ ਨਾਲ ਵਿਸਤਾਰ ਦੇ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਦੋ ਕੁੜੀਆਂ ਨੂੰ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਜਿਨ੍ਹਾਂ ਨੂੰ ਇੱਕ ਕੁੜੀ ਨੂੰ ਪੁਲਿਸ ਵਾਲਾ ਤੇ ਦੂਜੀ ਨੂੰ ਸਿੱਧੂ ਦੇ ਘਰ ਪ੍ਰੈਸ ਰਿਪੋਰਟਰ ਬਣਾ ਕੇ ਭੇਜਣ ਦੀ ਕੋਸ਼ਿਸ਼ ਸੀਗੀ। ਇਹ ਫਾਰਮੂਲਾ ਉਦੋਂ ਭੇਜਣ ਦਾ ਇਹਨਾਂ ਨੇ ਪਲਾਨ ਬਣਾਇਆ ਸੀ ਜਦੋਂ ਸਿੱਧੂ ਦੇ ਨਾਲ ਜਿਹੜੇ ਸਰਕਾਰੀ ਗਾਰਡ ਨੇ ਇਸ ਉਦੋਂ ਮੌਜੂਦ ਸੀਗੇ ਤੇ ਇਸ ਦੇ ਬਾਵਜੂਦ ਜਦੋਂ ਉਹ ਸਾਰੇ ਇਸ ਕਤਲकांड ਨੂੰ ਅੰਜਾਮ ਨਹੀਂ ਦੇ ਦਿੰਦੇ ਤਾਂ ਇਸ ਤਰ੍ਹਾਂ ਦੀ ਪਲੈਨਿੰਗ ਦਾ ਪਲਾਨ ਸੀ ਉਹਨਾਂ ਦਾ ਕਿ ਇਸ ਤਰੀਕੇ ਦੀ ਜਿਹੜੀ ਪਲੈਨਿੰਗ ਆ ਕੁੜੀਆਂ ਦੇ ਨਾਲ ਕੁੜੀਆਂ ਨੂੰ ਆਪਣੇ ਗੈਂਗ ਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਇੱਕ ਪੁਲਿਸ ਵਾਲੀ ਅਤੇ ਇੱਕ ਰਿਪੋਰਟਰ ਬਣਾ ਕੇ ਉਸ ਨੂੰ ਸਿੱਧੂ ਮੂਸੇਵਾਲੇ ਦੇ ਘਰ ਭੇਜ ਕੇ ਤੇ ਦੂਜੇ ਪਾਸੇ ਆਪ ਪੁਲਿਸ ਦੀਆਂ ਵਰਦੀਆਂ ਪਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਵੀ ਪਲਾਨ ਬਣਾਇਆ ਗਿਆ ਸੀ। ਪਰ ਹੁੰਦਾ ਕੀ ਹੈ ਕਿ ਇਸ ਤੋਂ ਪਹਿਲਾਂ ਹੀ ਇਹਨਾਂ ਵੱਲੋਂ ਇਸ ਸਾਰੇ ਹੀ ਕਤਲकांड ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਦੇ ਵਿੱਚ ਸਾਰੀ ਹੀ ਜਿਹੜੀ ਗੱਲਬਾਤ ਹੋਈ ਹੈ ਉਸ ਦੇ ਵਿੱਚ ਇਹ ਸਾਹਮਣੇ ਆਇਆ ਹੈ। ਸ਼ੂਟਰਾਂ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਜਦੋਂ ਇਹ ਦੋ ਕੁੜੀਆਂ ਨਹੀਂ ਮਿਲਦੀਆਂ ਤੇ ਜਿਸ ਤੋਂ ਬਾਅਦ ਇਸ ਸਾਰੇ ਹੀ ਕਤਲकांड ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹਨਾਂ ਦੋ ਕੁੜੀਆਂ ਤੋਂ ਬਿਨਾਂ। ਇਸ ਸਾਰੇ ਹੀ ਮਾਮਲੇ ਦੇ ਤੁਹਾਨੂੰ ਦੱਸ ਦਈਏ ਕਿ ਜਦੋਂ ਸਿੱਧੂ ਦਾ ਕਤਲ ਹੁੰਦਾ ਹੈ ਤਾਂ ਇਸ ਕਤਲकांड ਦੇ ਵਿੱਚ ਬੇहद ਆਧੁਨਿਕ ਜਿਹੜੇ ਨੇ ਹਥਿਆਰ ਵਰਤੇ ਜਾਂਦੇ ਨੇ। ਹਥਿਆਰ ਵੀ ਸਿਰਫ ਭਾਰਤ ਦੇ ਨਹੀਂ ਵਿਦੇਸ਼ਾਂ ਤੋਂ ਮੰਗਵਾਏ ਜਾਂਦੇ ਨੇ, ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਆਸਟਰੀਆ, ਜਰਮਨੀ ਅਤੇ ਤੁਰਕੀ ਤੋਂ G-Glock P13 ਜਿਗਾਨਾ ਪਿਸਤੌਲਾਂ ਨਾਲ ਫਾਇਰ ਕੀਤੇ ਗਏ ਸੀ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੀ ਅੰਕਿਤ ਸਿਰਸਾ ਜੋ ਕਿ ਸ਼ੂਟਰ ਸੀਗਾ ਜਿਸਨੇ ਬੇहद ਕਰੀਬ ਤੋਂ ਸਭ ਤੋਂ ਕਰੀਬ ਤੋਂ ਸਿੱਧੂ ਮੂਸੇਵਾਲੇ ਨੂੰ ਸ਼ੂਟ ਕੀਤਾ ਸੀਗਾ ਤੇ ਉਸ ਦੇ ਨਾਲ ਹੀ ਸਚਿਨ ਚੌਧਰੀ ਜਿਸਨੇ 4 ਸ਼ੂਟਰਾਂ ਨੂੰ ਪਨਾਹ ਦਿੱਤੀ ਸੀਗੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਤੇ ਜਿਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇੱਕ ਵੱਡੇ ਖੁਲਾਸੇ ਸਾਹਮਣੇ ਆਏ ਨੇ, ਜਿਸ ਦੇ ਵਿੱਚ ਦੋ ਕੁੜੀਆਂ ਨੂੰ ਵੀ ਇਸ ਸਾਰੇ ਹੀ ਕਤਲकांड ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਇਸ ਸਾਰੇ ਹੀ ਕਤਲकांड ਦੀ ਜਦੋਂ ਪਲੈਨਿੰਗ ਸੀਗੀ ਉਹ ਇਸ ਤਰ੍ਹਾਂ ਦੀ ਸੀਗੀ ਕਿ ਜਦੋਂ ਸਿੱਧੂ ਮੂਸੇਵਾਲੇ ਦੇ ਕੋਲ ਜੇਕਰ ਸਾਰੀ ਸੁਰੱਖਿਆ ਸੀਗੀ ਤਾਂ ਉਸ ਨੂੰ ਮਾਰਨ ਦਾ ਜਿਹੜਾ ਪਲਾਨ ਹੈ ਉਹ ਇਸ ਤਰੀਕੇ ਦਾ ਵੀ ਬਣਾਇਆ ਗਿਆ ਸੀਗਾ ਕਿ ਜੇ ਉਸ ਦੇ ਨਾਲ ਸਾਰੇ ਗਾਰਡ ਹੋਣਗੇ, ਸਰਕਾਰੀ ਗਾਰਡ ਹੋਣਗੇ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਮਾਰਿਆ ਜਾਵੇਗਾ। ਤਾਂ ਇਸ ਤੋਂ ਪਹਿਲਾਂ ਉਸ ਨੂੰ ਮਾਰਨ ਦਾ ਪਲਾਨ ਕੁਝ ਇਸ ਤਰੀਕੇ ਦਾ ਦੱਸਿਆ ਗਿਆ ਇਹਨਾਂ ਸ਼ੂਟਰਾਂ ਵੱਲੋਂ ਕਿ ਜਦੋਂ ਦੋ ਕੁੜੀਆਂ ਨੂੰ ਆਪਣੀ ਗੈਂਗ 'ਚ ਸ਼ਾਮਿਲ ਕੀਤਾ ਜਾਵੇਗਾ ਤੇ ਫਿਰ ਇੱਕ ਨੂੰ ਪ੍ਰੈਸ ਰਿਪੋਰਟਰ ਤੇ ਦੂਸਰੀ ਨੂੰ ਪੁਲਿਸ ਦੀ ਵਰਦੀ ਪਵਾ ਕੇ ਉਸ ਦੇ ਘਰ ਭੇਜਿਆ ਜਾਵੇਗਾ, ਰੇਡ ਕਰਾਈ ਜਾਵੇਗੀ ਤੇ ਉਸ ਤੋਂ ਬਾਅਦ ਬਾਕੀ ਜਿਹੜੇ ਗੈਂਗਸਟਰ ਨੇ ਉਹ ਪੁਲਿਸ ਦੀਆਂ ਵਰਦੀਆਂ ਪਾ ਕੇ ਉਸ ਦੇ ਘਰ ਵੜ ਜਾਣਗੇ ਤੇ ਸਾਰੀ ਵਾਰਦਾਤ ਨੂੰ ਅੰਜਾਮ ਦੇ ਜਾਣਗੇ। ਪਰ ਹੁੰਦਾ ਕੀ ਹੈ ਕਿ ਇਹਨਾਂ ਵੱਲੋਂ ਇਹ ਦੋ ਕੁੜੀਆਂ ਜਿਹੜੀਆਂ ਨੇ ਉਹ ਨਹੀਂ ਮਿਲਦੀਆਂ ਗੈਂਗ ਦੇ ਵਿੱਚ ਸ਼ਾਮਿਲ ਹੋਣ ਦੇ ਨਾਲ ਤੇ ਇਸ ਸਾਰੇ ਹੀ ਕਤਲकांड ਨੂੰ ਇਹਨਾਂ ਵੱਲੋਂ ਆਪ ਅੰਜਾਮ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਲਗਾਤਾਰ ਹੁਣ ਜਿਹੜੇ ਮੁਲਜ਼ਮ ਨੇ, ਦੋਸ਼ੀ ਨੇ, ਉਹ ਲਗਾਤਾਰ ਉਹਨਾਂ ਦੀ ਗ੍ਰਿਫਤਾਰੀ ਚੱਲ ਰਹੀ ਹੈ। ਪਰ ਤੁਹਾਨੂੰ ਦੱਸ ਦਈਏ ਕਿ ਇਸ ਸਾਰੇ ਹੀ ਮਾਮਲੇ ਦੇ ਵਿੱਚ ਲਗਾਤਾਰ ਵੱਖ-ਵੱਖ ਰਾਜਾਂ ਦੇ ਵਿੱਚੋਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਇਸ ਸਾਰੇ ਹੀ ਮਾਮਲੇ ਦੇ ਵਿੱਚ ਜਿਹੜੇ ਹਥਿਆਰ ਨੇ ਉਹ ਬੇहद ਆਧੁਨਿਕ ਸੀਗੇ। ਆਸਟਰੀਆ, ਜਰਮਨੀ ਅਤੇ ਤੁਰਕੀ ਤੋਂ G-Glock P13 ਜਿਗਾਨਾ ਪਿਸਤੌਲਾਂ ਨਾਲ ਫਾਇਰ ਕੀਤੇ ਗਏ ਸੀਗੇ ਤੇ ਇਸ ਸਾਰੇ ਹੀ ਮਾਮਲੇ ਦੀ ਵਿਸਤਾਰ ਦੇ ਨਾਲ ਤੁਹਾਨੂੰ ਜਾਣਕਾਰੀ ਦਿੰਦੇ ਆ। ਤੁਹਾਨੂੰ ਦੱਸ ਦਈਏ ਕਿ ਇਸ ਕਤਲकांड ਦੇ ਵਿੱਚ AK-47 ਦਾ ਇਸਤੇਮਾਲ ਵੀ ਕੀਤਾ ਗਿਆ ਸੀ ਤੇ ਲਗਾਤਾਰ ਜਿਹੜੇ ਵੀਡੀਓਜ਼ ਨੇ ਸਾਹਮਣੇ ਆਈਆਂ ਸੀ ਉਹਨਾਂ ਦੇ ਵਿੱਚ ਵੀ ਜਿਹੜੇ ਸ਼ੂਟਰ ਨੇ ਉਹ ਹਥਿਆਰ ਲਹਿਰਾਉਂਦੇ ਨਜ਼ਰ ਆ ਰਹੇ ਸੀ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਵਿਦੇਸ਼ੀ ਜਿਹੜੇ ਹਥਿਆਰ ਨੇ ਉਹ ਇਸ ਕਤਲकांड ਦੇ ਵਿੱਚ ਯੂਜ਼ ਕੀਤੇ ਗਏ ਨੇ। ਤੇ ਇਹਨਾਂ ਹਥਿਆਰਾਂ ਦੇ ਵਿੱਚ ਆਸਟਰੀਆ ਦੀ ਗਲੌਕ ਪਿਸਟਲ, ਜਰਮਨੀ ਦੀ ਹੈਕਲਰ ਐਂਡ ਕੋਚ P13 ਹੈਂਡਗਨ, ਸਟਾਰ ਪਿਸਟਲ ਅਤੇ ਤੁਰਕੀ ਦੀ ਜਿਗਾਨਾ ਸੈਮੀ ਆਟੋਮੈਟਿਕ ਪਿਸਟਲ ਵੀ ਸ਼ਾਮਿਲ ਹੈ। ਤੇ ਨਾ
ਹਥਿਆਰਾਂ ਦੇ ਨਾਲ ਹੀ ਸਿੱਧੂ ਤੇ ਗੋਲੀਆਂ ਚਲੀਆਂ ਗਈਆਂ ਸੀ। ਪਰ ਜਦੋਂ ਇਸ ਸਾਰੇ ਹੀ ਮਾਮਲੇ ਦੇ ਵਿੱਚ ਸ਼ੂਟਰਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਚੌਂਕਾਉਣ ਵਾਲੇ ਖੁਲਾਸੇ ਕੀਤੇ ਗਏ। ਉਹਨਾਂ ਵੱਲੋਂ ਦੱਸਿਆ ਗਿਆ ਕਿ 2 ਕੁੜੀਆਂ ਨੂੰ ਵੀ ਸਿੱਧੂ ਕਤਲकांड ਮਾਮਲੇ ਦੇ ਵਿੱਚ ਇਸ ਸਾਰੀ ਹੀ ਪਲੈਨਿੰਗ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਕੁੜੀਆਂ ਉਹਨਾਂ ਨੂੰ ਨਹੀਂ ਮਿਲਦੀਆਂ ਆਪਣੀ ਗੈਂਗ ਦੇ ਵਿੱਚ ਸ਼ਾਮਿਲ ਕਰਨ ਲਈ, ਤਾਂ ਉਸ ਤੋਂ ਬਾਅਦ ਇਸ ਸਾਰੇ ਹੀ ਕਤਲकांड ਨੂੰ ਅੰਜਾਮ ਦਿੱਤਾ ਜਾਂਦਾ ਹੈ। ਤਾਂ ਉਹਨਾਂ ਵੱਲੋਂ ਇਸ ਕਾਂਡ ਤੋਂ ਪਹਿਲਾਂ ਜਿਹੜੀ ਪਲੈਨਿੰਗ ਕੀਤੀ ਗਈ ਸੀ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਲਈ 2 ਕੁੜੀਆਂ ਦੇ ਨਾਲ, ਉਹ ਇਸ ਤਰ੍ਹਾਂ ਦੱਸੀ ਜਾਂਦੀ ਹੈ ਕਿ ਜਦੋਂ 2 ਕੁੜੀਆਂ ਨੂੰ ਗੈਂਗ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਤਾਂ ਇੱਕ ਨੂੰ ਪ੍ਰੈਸ ਰਿਪੋਰਟਰ ਅਤੇ ਦੂਸਰੀ ਨੂੰ ਪੁਲਿਸ ਦੀ ਵਰਦੀ ਪਵਾ ਕੇ ਸਿੱਧੂ ਮੂਸੇਵਾਲੇ ਦੇ ਘਰ ਰੇਡ ਕਰਨ ਦੇ ਬਹਾਨੇ ਭੇਜਿਆ ਜਾਂਦਾ ਤੇ ਉਸ ਤੋਂ ਬਾਅਦ ਬਾਕੀ ਸ਼ੂਟਰ ਵੀ ਪੁਲਿਸ ਦੀ ਵਰਦੀ ਪਾ ਕੇ ਸਿੱਧੂ ਮੂਸੇਵਾਲੇ ਦੇ ਘਰ ਚਲੇ ਜਾਂਦੇ ਅਤੇ ਉਸ ਸਾਰੇ ਹੀ ਕਤਲकांड ਨੂੰ ਅੰਜਾਮ ਦੇ ਦਿੰਦੇ। ਪਰ ਹੁੰਦਾ ਕੀ ਹੈ, ਇਹ ਜਿਹੜਾ ਪਲਾਨ ਹੈ ਉਹ ਫੇਲ ਹੋ ਜਾਂਦਾ ਹੈ ਕਿਉਂਕਿ ਇਹਨਾਂ ਨੂੰ ਜਿਹੜੇ ਸ਼ੂਟਰ ਨੇ ਉਹਨਾਂ ਨੂੰ 2 ਕੁੜੀਆਂ ਗੈਂਗ ਦੇ ਵਿੱਚ ਸ਼ਾਮਿਲ ਹੋਣ ਨਹੀਂ ਮਿਲਦੀਆਂ, ਜਿਸ ਤੋਂ ਬਾਅਦ ਕਤਲकांड ਜਿਹੜਾ ਹੈ ਸਿੱਧੂ ਦਾ ਇਹਨਾਂ ਵੱਲੋਂ ਆਪ ਅੰਜਾਮ ਦਿੱਤਾ ਜਾਂਦਾ ਹੈ। ਤਾਂ ਵੱਡਾ ਅਪਡੇਟ ਜਿਹੜਾ ਹੈ ਇਸ ਸਾਰੇ ਹੀ ਮਾਮਲੇ ਦੇ ਵਿੱਚ ਸ਼ੂਟਰਾਂ ਦੀ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਇਆ ਹੈ।